सत श्री अकाल जी सारिਆਂ ਨੂੰ। ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੇ ਮੂੰਹ ਉੱਤੇ ਪੱਟੀ ਬੰਨੀ ਹੋਈ ਸੀ। ਥੋੜਾ ਜਿਹਾ ਅਹਿਸਾਸ ਹੋਇਆ ਕਿ ਮੇਰੇ ਹੱਥ ਪਿੱਛੇ ਨੂੰ ਬੰਨੇ ਹੋਏ ਸਨ ਅਤੇ ਮੇਰੇ ਦੋਨੋਂ ਪੈਰ ਵੀ ਬੰਨੇ ਹੋਏ ਸੀ। ਮੈਂ ਕਿੱਥੇ ਸੀ? ਉਹ ਕਾਲ ਕੋਠੜੀ ਸੀ ਜਿੱਥੇ ਮੈਂ ਬੇਬਸੀ ਨਾਲ ਜ਼ਮੀਨ ਤੇ ਡਿੱਗੀ ਪਈ ਸੀ। ਹਾਲੇ ਤੱਕ ਮੇਰੀਆਂ ਅੱਖਾਂ ਵਿੱਚ ਨੀਂਦ ਦਾ ਅਸਰ ਸੀ। ਮੇਰਾ ਸਿਰ ਝੁਕਰਾ ਰਿਹਾ ਸੀ। ਮੈਂ ਇਸ ਕਦਰ ਨਸ਼ੇ ਵਿੱਚ ਸੀ ਕਿ ਮੇਰੀ ਸੂਝ-ਬੂਝ ਕੰਮ ਕਰਨਾ ਛੱਡ ਗਈ ਸੀ। ਮੈਨੂੰ ਕੁਝ ਯਾਦ ਨਹੀਂ ਆ ਰਿਹਾ ਸੀ ਕਿ ਮੈਂ ਇੱਥੇ ਪਹੁੰਚੀ ਕਿਵੇਂ। ਮੈਂ ਆਪਣੇ ਹੱਥਾਂ ਪੈਰਾਂ ਨੂੰ ਹਰਕਤ ਦੇਣ ਲੱਗੀ ਤਾਂ ਕਿ ਮੈਂ ਉਹਨਾਂ ਰੱਸੀਆਂ ਤੋਂ ਖੁਦ ਨੂੰ ਆਜ਼ਾਦ ਕਰ ਸਕਾਂ, ਲੇਕਿਨ ਮੇਰੇ ਲਈ ਇਹ ਮੁਮਕਿਨ ਨਹੀਂ ਸੀ। ਇੱਕ ਤਾਂ ਮੈਂ ਹਾਲੇ ਤੱਕ ਨਸ਼ੇ ਦੀ ਹਾਲਤ ਵਿੱਚ ਸੀ, ਦੂਜਾ ਮੈਂ ਇੰਨੀ ਤਾਕਤ ਨਹੀਂ ਰੱਖਦੀ ਸੀ ਕਿ ਖੁਦ ਨੂੰ ਇਹਨਾਂ ਰੱਸੀਆਂ ਤੋਂ ਆਜ਼ਾਦ ਕਰ ਸਕਾਂ। ਸ਼ਾਇਦ ਭੁੱਖ ਪਿਆਸ ਵੀ ਸੀ, ਇਸ ਲਈ ਖੁਦ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਸੀ। ਕੁਝ ਦੇਰ ਦੇ ਬਾਅਦ ਮੈਂ ਦੁਬਾਰਾ ਤੋਂ ਬੇਹੋਸ਼ ਹੋ ਗਈ। ਫਿਰ ਜਦੋਂ ਹੋਸ਼ ਆਇਆ ਤਾਂ ਮੈਂ ਇੱਕ ਕਮਰੇ ਦੇ ਬੈੱਡ ਤੇ ਮੌਜੂਦ ਸੀ, ਲੇਕਿਨ ਮੈਂ ਹਾਲੇ ਕੁਝ ਬੇਹੋਸ਼ੀ ਦੀ ਹਾਲਤ ਵਿੱਚ ਹੀ ਸੀ। ਮੇਰੇ ਦਿਮਾਗ ਨੇ ਫਿਰ ਤੋਂ ਸੋਚਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਯਾਦ ਆ ਜਾਵੇ ਕਿ ਮੈਂ ਕੌਣ ਆ, ਲੇਕਿਨ ਲੱਖ ਯਾਦ ਕਰਨ ਤੇ ਵੀ ਮੈਨੂੰ ਕੁਝ ਯਾਦ ਨਹੀਂ ਆ ਰਿਹਾ ਸੀ ਕਿ ਕੌਣ ਆ, ਕਿੱਥੋਂ ਆਈ ਆ, ਮੇਰੇ ਹੱਥਾਂ ਪੈਰਾਂ ਨੂੰ ਕਿਉਂ ਬੰਨਿਆ ਗਿਆ ਸੀ। ਇਸ ਵਾਰ ਮੇਰੇ ਹੱਥ ਰੱਸੀਆਂ ਤੋਂ ਆਜ਼ਾਦ ਸੀ। ਮੈਂ ਆਪਣਾ ਚਕਰਾਉਂਦਾ ਸਿਰ ਆਪਣੇ ਹੱਥਾਂ ਨਾਲ ਫੜ ਲਿਆ, ਲੇਕਿਨ ਮੇਰਾ ਪੂਰਾ ਸਰੀਰ ਦਰਦ ਨਾਲ ਚੂਰ ਸੀ। ਮੈਂ ਇੰਨੀ ਹਿੰਮਤ ਖੁਦ ਵਿੱਚ ਨਹੀਂ ਰੱਖਦੀ ਸੀ ਕਿ ਖੁਦ ਨੂੰ ਉਠਾ ਕੇ ਬੈਠ ਸਕਾਂ। ਫਿਰ ਵੀ ਮੈਂ ਬੈੱਡ ਦੇ ਸਿਰਹਾਣੇ ਨਾਲ ਟੇਕ ਲਗਾ ਕੇ ਬੈਠ ਗਈ। ਨਸ਼ੇ ਵਿੱਚ ਚੂਰ ਅੱਖਾਂ ਵਿੱਚ ਕਮਰੇ ਦਾ ਜਾਇਜ਼ਾ ਲੈਣ ਲੱਗੀ। ਉਹ ਇੱਕ ਛੋਟਾ ਜਿਹਾ ਕਮਰਾ ਸੀ। ਇੱਕ ਬੈੱਡ ਦੇ ਇਲਾਵਾ ਉੱਥੇ ਕੁਝ ਨਹੀਂ ਸੀ। ਕਮਰੇ ਵਿੱਚ ਨਾਈਟ ਬਲਬ ਦੀ ਹਲਕੀ ਜਿਹੀ ਰੌਸ਼ਨੀ ਸੀ। ਮੇਰਾ ਦਿਮਾਗ ਹਲੇ ਇਹ ਸੋਚਣ ਦੇ ਕਾਬਲ ਨਹੀਂ ਸੀ ਕਿ ਆਖਰ ਮੈਂ ਇੱਥੇ ਕਿਉਂ ਹਾਂ ਤੇ ਇੱਥੇ ਕੀ ਕਰ ਰਹੀ ਹਾਂ, ਲੇਕਿਨ ਮੇਰੇ ਖਿੱਲਰੇ ਬਾਲ ਅਤੇ ਹੁਲੀਆ ਮੇਰਾ ਦਰਦ ਨਾਲ ਇੱਕ ਇੱਕ ਅੰਗ ਮੈਨੂੰ ਮੇਰੀ ਬਰਬਾਦੀ ਦੀ ਦਾਸਤਾਨ ਸੁਣਾ ਰਿਹਾ ਸੀ, ਜਿਵੇਂ ਮੇਰੇ ਨਾਲ ਬਹੁਤ ਗਲਤ ਹੋ ਚੁੱਕਿਆ ਹੋਵੇ। ਮੈਂ ਇੱਕ ਨਜ਼ਰ ਆਪਣੇ ਸਰੀਰ ਤੇ ਪਾਈ। ਬਹੁਤ ਹੀ ਬੇਹੂਦਾ ਜਿਹੇ ਕੱਪੜੇ ਪਾਏ ਹੋਏ ਸੀ, ਜਾਲੀਦਾਰ ਖੁੱਲੇ ਗਲੇ ਦੀ ਨਾਈਟੀ ਜਿਸ ਵਿੱਚ ਮੇਰਾ ਪੂਰਾ ਸਰੀਰ ਬਾਹਰ ਝਾਕ ਰਿਹਾ ਸੀ। ਮੈਨੂੰ ਖੁਦ ਨੂੰ ਦੇਖ ਕੇ ਹੀ ਸ਼ਰਮ ਆ ਰਹੀ ਸੀ। ਮੈਂ ਖੁਦ ਦੇ ਉੱਪਰ ਚਾਦਰ ਪਾ ਲਈ। ਹਾਲੇ ਮੈਂ ਠੀਕ ਤਰ੍ਹਾਂ ਕੁਝ ਸਮਝ ਹੀ ਨਹੀਂ ਪਾਈ ਕਿ ਜਦੋਂ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਸੀ। ਮੈਂ ਅੱਖਾਂ ਬੰਦ ਕਰ ਲਈਆਂ। ਕਿਸੇ ਦੇ ਕਦਮਾਂ ਦੀ ਆਵਾਜ਼ ਮੇਰੇ ਕਰੀਬ ਆ ਕੇ ਰੁਕੀ। ਕਿਸੇ ਨੇ ਮੇਰੇ ਚਿਹਰੇ ਤੇ ਬਿਖਰੇ ਵਾਲ ਪਿੱਛੇ ਕੀਤੇ। ਫਿਰ ਇੱਕ ਜਾਣੀ ਪਹਿਚਾਣੀ ਜਿਹੀ ਆਵਾਜ਼ ਮੈਨੂੰ ਸੁਣਾਈ ਦਿੱਤੀ, ਕੀ ਹਾਲ ਆ ਇਸ ਲੜਕੀ ਦੇ। ਦੂਜੀ ਆਵਾਜ਼ ਆਈ, ਸਰ ਹਾਲੇ ਤੱਕ ਤਾਂ ਬੇਹੋਸ਼ੀ ਆ, 2 ਦਿਨਾਂ ਤੋਂ ਬੇਹੋਸ਼ੀ ਦੇ ਇੰਜੈਕਸ਼ਨ ਦਿੱਤੇ ਜਾ ਰਹੇ ਹਨ। ਜਾਣੀ ਪਹਿਚਾਣੀ ਜਿਹੀ ਆਵਾਜ਼ ਫਿਰ ਤੋਂ ਮੇਰੇ ਕੰਨਾਂ 'ਚ ਸੁਣਾਈ ਦਿੱਤੀ, ਅਜਿਹਾ ਕਰ, ਅੱਜ ਤੋਂ ਅਜਿਹੀ ਕੋਈ ਡੋਜ਼ ਨਾ ਦੇਈ। ਇਸ ਨੂੰ ਜਦੋਂ ਪੂਰੀ ਤਰ੍ਹਾਂ ਹੋਸ਼ ਆ ਜਾਵੇ ਤਾਂ ਇਸ ਨੂੰ ਕੁਝ ਖਾਣ ਪੀਣ ਨੂੰ ਦਿਓ, ਕਿਤੇ ਅਜਿਹਾ ਨਾ ਹੋ ਜਾਵੇ ਕਿ ਮਾਰੀ ਜਾਵੇ। ਹਾਲੇ ਆਪਾਂ ਨੂੰ ਇਸ ਦੀ ਬਹੁਤ ਜ਼ਰੂਰਤ ਆ। ਇਹ ਸ਼ਬਦ ਮੇਰੇ ਲਈ ਬਹੁਤ ਤਕਲੀਫ ਦੇਣ ਵਾਲੇ ਸੀ, ਲੇਕਿਨ ਆਵਾਜ਼ ਇਹ ਮੇਰੇ ਲਈ ਅਣਜਾਣ ਨਹੀਂ ਸੀ। ਮੈਂ ਚਾਹ ਕੇ ਵੀ ਅੱਖਾਂ ਖੋਲ੍ਹ ਕੇ ਦੇਖ ਨਹੀਂ ਸਕਦੀ ਸੀ ਕਿ ਉਹ ਆਦਮੀ ਕੌਣ ਆ, ਲੇਕਿਨ ਉਸ ਦੇ ਬਾਅਦ ਮੇਰਾ ਕਮਰਾ ਫਿਰ ਤੋਂ ਖਾਲੀ ਹੋ ਚੁੱਕਿਆ ਸੀ। ਮੇਰੇ ਦਿਮਾਗ ਤੋਂ ਨਸ਼ੇ ਦਾ ਜਿਵੇਂ ਤਿਵੇਂ ਅਸਰ ਖਤਮ ਹੋਣ ਲੱਗਿਆ। ਮੈਨੂੰ ਯਾਦ ਆਉਣ ਲੱਗਿਆ ਕਿ ਮੈਂ ਤਾਂ ਕਾਲਜ ਤੋਂ ਘਰ ਵਾਪਸ ਆ ਰਹੀ ਸੀ। ਮੇਰੇ ਕਾਲਜ ਤੇ ਬੱਸ ਸਟਾਪ ਤੋਂ ਇੱਕ ਗਲੀ ਅਜਿਹੀ ਆਉਂਦੀ ਸੀ ਜੋ ਸੁਨਸਾਨ ਹੁੰਦੀ ਸੀ, ਲੇਕਿਨ ਉਹ ਬੱਸ ਸਟਾਪ ਤੱਕ ਜਾਣ ਦਾ ਸ਼ਾਰਟਕਟ ਸੀ। ਮੈਂ ਅਕਸਰ ਉਹੀ ਰਸਤਾ ਜਾਣ ਦੇ ਲਈ ਇਸਤੇਮਾਲ ਕਰਦੀ ਸੀ। ਫਿਰ ਮੈਨੂੰ ਹੌਲੀ-ਹੌਲੀ ਸਭ ਕੁਝ ਯਾਦ ਆਉਣ ਲੱਗਿਆ। ਮੈਂ ਕਾਲਜ ਤੋਂ ਬੱਸ ਸਟਾਪ ਜਾ ਰਹੀ ਸੀ, ਤੇਜ਼-ਤੇਜ਼ ਕਦਮ ਉਠਾਉਂਦੇ ਹੋਏ, ਜਦੋਂ ਇੱਕ ਕਾਲੇ ਰੰਗ ਦੀ ਸਕਾਰਪੀਓ ਮੇਰੇ ਕੋਲ ਆ ਕੇ ਅਚਾਨਕ ਨਾਲ ਰੁਕੀ। ਮੈਂ ਬੁਖਲਾ ਗਈ, ਲੇਕਿਨ ਮੈਂ ਹਾਲੇ ਸਮਝ ਹੀ ਨਹੀਂ ਪਾਈ ਕਿ ਗੱਡੀ ਦਾ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਕਾਲੇ ਨਕਾਬਪੋਸ਼ ਨੇ ਮੈਨੂੰ ਬਾਂਹ ਤੋਂ ਫੜ ਕੇ ਦਬੋਚ ਲਿਆ ਤੇ ਇੱਕ ਸੂਈ ਮੇਰੇ ਹੱਥ ਤੇ ਚੁਭੋਈ। ਉਸ ਦੇ ਬਾਅਦ ਮੈਨੂੰ ਮੇਰਾ ਸਰੀਰ ਬੇਜਾਨ ਜਿਹਾ ਹੁੰਦਾ ਮਹਿਸੂਸ ਹੋਣ ਲੱਗਿਆ। ਮੇਰਾ ਦਿਮਾਗ ਹਨੇਰੇ ਵਿੱਚ ਗੁੰਮ ਹੋਣ ਲੱਗਿਆ। ਬਸ ਇਹੀ ਯਾਦ ਹੈ, ਮੈਨੂੰ ਖਿੱਚ ਕੇ ਗੱਡੀ 'ਚ ਬਿਠਾਇਆ ਗਿਆ। ਉਸ ਦੇ ਬਾਅਦ ਮੈਨੂੰ ਕੁਝ ਵੀ ਯਾਦ ਨਹੀਂ ਸੀ ਤਾਂ ਕਿ ਮੈਂ ਕਿਡਨੈਪ ਕਰ ਲਈ ਗਈ ਸੀ ਅਤੇ ਮੈਨੂੰ ਅਗਵਾ ਕੀਤਾ ਗਿਆ ਸੀ। ਇਹ ਸੋਚ ਕੇ ਮੇਰਾ ਦਿਲ ਦਹਿਲਾ ਦਿੱਤਾ ਗਿਆ। ਪਰ ਕਿਉਂ? ਮੈਂ ਤਾਂ ਕੋਈ ਵੱਡੇ ਬਾਪ ਦੀ ਬੇਟੀ ਨਹੀਂ ਸੀ। ਮੇਰਾ ਸੰਬੰਧ ਤਾਂ ਇੱਕ ਬਹੁਤ ਹੀ ਗਰੀਬ ਘਰਾਣੇ ਨਾਲ ਸੀ।
ਮੈਨੂੰ ਅਗਵਾ ਕਰਕੇ ਇਹਨਾਂ ਅਗਵਾ ਕਰਨ ਵਾਲਿਆਂ ਨੂੰ ਕੀ ਮਿਲੇਗਾ? ਮੇਰਾ ਬਾਪ ਤਾਂ ਇੱਕ ਮਾਮੂਲੀ ਜਿਹੀ ਕੰਪਨੀ ਵਿੱਚ ਕਰਮਚਾਰੀ ਹੈ। ਮੁਸ਼ਕਲ ਨਾਲ ਹੀ ਸਾਡੇ ਘਰ ਦਾ ਖਰਚਾ ਚੱਲਦਾ ਹੈ। ਇਸ ਸੋਚ ਦੇ ਦਿਮਾਗ ਵਿੱਚ ਆਉਂਦੇ ਹੀ ਮੈਂ ਆਪਣੇ ਬੁੱਢੇ ਮਾਂ-ਬਾਪ ਦਾ ਚਿਹਰਾ ਨਜ਼ਰ ਆਉਣ ਲੱਗਿਆ। 2 ਦਿਨ ਤੋਂ ਮੈਂ ਇੱਥੇ ਸੀ। ਮੇਰੇ ਮਾਂ-ਬਾਪ ਤਾਂ ਮੇਰੀ ਗੁੰਮਸ਼ੁਦਗੀ ਤੇ ਰੋ ਕੇ ਨਿਢਾਲ ਹੋ ਚੁੱਕੇ ਹੋਣਗੇ। ਮੈਨੂੰ ਆਪਣੇ ਘਰ ਜਾਣਾ ਚਾਹੀਦਾ, ਇਹ ਕਹਿ ਕੇ ਮੈਂ ਖੁਦ ਹੀ ਕੰਬਲ ਉਤਾਰੇ ਤੇ ਨੀਚੇ ਉਤਰ ਕੇ ਖੜੀ ਹੋ ਗਈ। ਲੇਕਿਨ ਜਿਵੇਂ ਹੀ ਮੈਂ ਬੈੱਡ ਤੋਂ ਖੜੀ ਹੋਈ, ਚੱਕਰ ਖਾ ਕੇ ਫਿਰ ਦੁਬਾਰਾ ਬੈੱਡ ਤੇ ਡਿੱਗ ਗਈ, ਕਿਉਂਕਿ ਮੈਂ 2 ਦਿਨ ਤੋਂ ਭੁੱਖੀ ਸੀ। ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ ਕਿ ਆਪਣੇ ਕਦਮਾਂ ਤੇ ਉੱਠ ਕੇ ਖੜੀ ਹੋ ਸਕਾਂ ਤੇ ਚੱਲ ਸਕਾਂ। ਮੇਰੇ ਗਲੇ ਵਿੱਚ ਕੰਡੇ ਦੀ ਚੁੱਭ ਚੁੱਭ ਰਹੀ ਸੀ। ਮੈਨੂੰ ਇੱਕਦਮ ਹੀ ਪਿਆਸ ਦਾ ਅਹਿਸਾਸ ਹੋਇਆ ਤੇ ਉਸੇ ਸਮੇਂ ਕਮਰੇ ਦਾ ਦਰਵਾਜ਼ਾ ਖੁੱਲਿਆ। ਸਾਹਮਣੇ ਉਹ ਇੱਕ ਆਦਮੀ ਹੱਥ ਵਿੱਚ ਖਾਣ ਪੀਣ ਦੇ ਲਈ ਸਮਾਨ ਲੈ ਕੇ ਅੰਦਰ ਆਇਆ। ਮੈਂ ਜਿੰਨਾ ਕੱਪੜਿਆਂ ਵਿੱਚ ਸੀ, ਉਸ ਆਦਮੀ ਨੂੰ ਦੇਖ ਕੇ ਮੈਂ ਸ਼ਰਮ ਨਾਲ ਪਾਣੀ ਹੋ ਗਈ। ਮੈਂ ਜਲਦੀ ਨਾਲ ਬੈੱਡ ਤੇ ਰੱਖੀ ਚਾਦਰ ਆਪਣੇ ਉੱਤੇ ਪਾ ਲਈ, ਕਿਉਂਕਿ ਜੋ ਕੱਪੜੇ ਮੈਂ ਪਹਿਨੇ ਹੋਏ ਸੀ ਉਸ ਵਿੱਚ ਅੱਧਾ ਸਰੀਰ ਤਾਂ ਮੇਰਾ ਦਿਖਾਈ ਦੇ ਰਿਹਾ ਸੀ। ਮੇਰੀ ਹਰਕਤ ਨੂੰ ਦੇਖ ਕੇ ਉਹ 6 ਫੁੱਟ ਦਾ ਹੱਟਾ ਕੱਟਾ ਮਰਦ ਅਜੀਬ ਤਰ੍ਹਾਂ ਨਾਲ ਹੱਸਣ ਲੱਗਿਆ ਤੇ ਖਾਣ ਪੀਣ ਦੀ ਟਰੇ ਮੇਰੇ ਸਾਹਮਣੇ ਰੱਖ ਦਿੱਤੀ। ਮੈਨੂੰ ਉਸ ਸਮੇਂ ਉਸ ਦੀਆਂ ਨਜ਼ਰਾਂ ਤੇ ਹੱਸੀ ਜ਼ਹਿਰ ਲੱਗ ਰਹੀ ਸੀ। ਉਹ ਟਰੇ ਰੱਖ ਕੇ ਵਾਪਸ ਚਲਿਆ ਗਿਆ। ਕਹਿਣ ਲੱਗਿਆ, ਪੇਟ ਭਰ ਕੇ ਖਾਣਾ ਖਾ ਲੈਣਾ, ਮੈਂ ਦੁਬਾਰਾ ਆਊਂਗਾ ਤਾਂ ਤੇਰੇ ਜ਼ਖਮਾਂ ਤੇ ਦਵਾ ਲਗਾ ਦੇਊਂਗਾ। ਇਹ ਕਹਿ ਕੇ ਉਹ ਵਾਪਸ ਚਲਾ ਗਿਆ। ਜ਼ਖਮ ਕੀ? ਮੈਂ ਜ਼ਖਮੀ ਸੀ? ਮੈਂ ਉਸ ਇਨਸਾਨ ਨੂੰ ਜਾਂਦੇ ਹੀ ਆਪਣੇ ਸਰੀਰ ਤੇ ਗੌਰ ਕੀਤਾ ਤਾਂ ਮੇਰਾ ਦਿਲ ਕੰਬ ਕੇ ਰਹਿ ਗਿਆ। ਮੇਰੇ ਬਾਂਹ ਤੇ ਗਹਿਰੇ ਜ਼ਖਮ ਸੀ, ਜਿਵੇਂ ਜਲਦੀ ਸਿਗਰਟ ਨੂੰ ਬੜੀ ਬੇਦਰਦੀ ਨਾਲ ਮੇਰੇ ਸਰੀਰ ਤੇ ਬੁਝਾਇਆ ਗਿਆ ਹੋਵੇ। ਮੈਨੂੰ ਸ਼ਾਇਦ ਇਸ ਕਦਰ ਤੇਜ਼ ਨਸ਼ਾ ਦਿੱਤਾ ਗਿਆ ਸੀ ਕਿ ਮੈਨੂੰ ਇਹਨਾਂ ਜ਼ਖਮਾਂ ਦਾ ਅਹਿਸਾਸ ਹਾਲੇ ਤੱਕ ਮਹਿਸੂਸ ਨਹੀਂ ਹੋ ਰਿਹਾ ਸੀ। ਮੈਨੂੰ ਖੁਦ ਨੂੰ ਦੇਖ ਕੇ ਰੋਣਾ ਆ ਰਿਹਾ ਸੀ। ਬੇਦਰਦੀ ਦੇ ਮਾਰੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਦਿਲ ਤੜਫ ਉੱਠਿਆ ਆਪਣੀ ਹਾਲਤ ਤੇ। ਮੈਂ ਕਿਹਾ, ਮੈਂ ਕਿੰਨਾ ਲੋਕਾਂ 'ਚ ਆ ਕੇ ਫਸ ਗਈ ਤੇ ਮੇਰਾ ਕਸੂਰ ਕੀ ਸੀ? ਮੇਰੇ ਅੰਦਰ ਤੋਂ ਉੱਠਣ ਵਾਲੇ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਸਭ ਤੋਂ ਪਹਿਲਾਂ ਪਾਣੀ ਦੇ ਜੱਗ ਨੂੰ ਮੂੰਹ ਲਗਾਇਆ ਤੇ ਆਪਣੀ ਪਿਆਸ ਬੁਝਾਈ। ਫਿਰ ਖਾਣਾ ਖਾਧਾ। ਖਾਣਾ ਖਾਣ ਤੋਂ ਬਾਅਦ ਮੈਨੂੰ ਖੁਦ ਨੂੰ ਕੁਝ ਤਾਕਤ ਜਿਹੀ ਮਹਿਸੂਸ ਹੋਈ, ਲੇਕਿਨ ਇਹ ਹੋਸ਼ ਵੀ ਮੇਰੇ ਲਈ ਮੈਨੂੰ ਤਕਲੀਫ ਦੇਣ ਦਾ ਕਾਰਨ ਬਣਿਆ ਸੀ। ਮੇਰੇ ਨਾਲ ਬੇਹੋਸ਼ੀ ਵਿੱਚ ਕੀ ਹੋਇਆ ਸੀ, ਉਸ ਨੂੰ ਜਾਣਨਾ ਮੇਰੇ ਲਈ ਮੌਤ ਤੋਂ ਬੁਰਾ ਸੀ। ਕਾਸ਼ ਮੈਨੂੰ ਕੁਝ ਵੀ ਯਾਦ ਨਾ ਆਇਆ ਹੁੰਦਾ। ਕਾਸ਼ ਮੇਰੀ ਯਾਦਾਸ਼ਤ ਚਲੀ ਜਾਂਦੀ। ਕਾਸ਼ ਬੇਹੋਸ਼ੀ ਵਿੱਚ ਹੀ ਮੇਰੀ ਜਾਨ ਮੇਰੇ ਸਰੀਰ 'ਚੋਂ ਨਿਕਲ ਜਾਂਦੀ ਤੇ ਮੈਨੂੰ ਇਸ ਭਿਆਨਕ ਸੱਚਾਈ ਦਾ ਸਾਹਮਣਾ ਨਾ ਕਰਨਾ ਪੈਂਦਾ। ਲੇਕਿਨ ਸ਼ਾਇਦ ਮੇਰੀ ਕਿਸਮਤ ਵਿੱਚ ਹਾਲੇ ਹੋਰ ਦਰਦ ਸਹਿਣੇ ਬਾਕੀ ਸੀ। ਜੋ ਮੈਨੂੰ ਹੋਸ਼ ਵੀ ਆ ਗਿਆ ਤੇ ਮੈਨੂੰ ਸਭ ਕੁਝ ਯਾਦ ਵੀ ਆ ਗਿਆ। ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ ਬਰਬਾਦ ਹੋ ਚੁੱਕੀ ਹਾਂ, ਮੇਰਾ ਜੀ ਚਾਹਿਆ ਕਿ ਮੈਂ ਸਿਰ ਫੜ ਕੇ ਕੰਧ ਨਾਲ ਮਾਰਾਂ ਤੇ ਮਰ ਜਾਵਾਂ। ਮੇਰੇ ਮਾਂ-ਬਾਪ ਤਾਂ ਜਿਉਂਦੇ ਜੀ ਮਰ ਚੁੱਕੇ ਹੋਣਗੇ। ਲੋਕ ਮੇਰੇ ਚਰਿੱਤਰ ਉੱਤੇ ਨਾ ਜਾਣੇ ਕਿਹੋ ਜਿਹੇ ਸ਼ਬਦਾਂ ਨਾਲ ਮੇਰੀਆਂ ਧੱਜੀਆਂ ਉਡਾ ਰਹੇ ਹੋਣਗੇ, ਜਿਨ੍ਹਾਂ ਨੂੰ ਸੁਣਨਾ ਮੇਰੇ ਮਾਂ-ਬਾਪ ਦੇ ਬੱਸ ਦੀ ਗੱਲ ਨਹੀਂ ਸੀ। ਮੈਂ ਤਾਂ ਉਹਨਾਂ ਦਾ ਮਾਣ ਸੀ, ਗਰੂਰ ਸੀ, ਜੋ ਕਿਸੇ ਦੀ ਹਵਸ ਦੀ ਵਜ੍ਹਾ ਵਿੱਚ ਮਿੱਟੀ ਹੋ ਚੁੱਕੀ ਸੀ। ਮੈਂ ਜਦੋਂ ਇਹ ਸੋਚਦੀ, ਮੇਰਾ ਜੀ ਚਾਹੁੰਦਾ ਕਿ ਖੁਦ ਨੂੰ ਖਤਮ ਕਰ ਲਵਾਂ। ਮੈਨੂੰ ਬਹੁਤ ਘਿਨਾਉਣੀ ਸਜ਼ਾ ਦਿੱਤੀ ਗਈ ਸੀ, ਲੇਕਿਨ ਮੈਨੂੰ ਆਪਣਾ ਕਸੂਰ ਹਾਲੇ ਤੱਕ ਸਮਝ ਨਹੀਂ ਆ ਰਿਹਾ ਸੀ। ਮੈਨੂੰ ਇੱਥੇ ਕਿਉਂ ਲਿਆਂਦਾ ਗਿਆ ਸੀ, ਮੈਂ ਨਹੀਂ ਜਾਣਦੀ ਸੀ। ਜੇ ਮੈਨੂੰ ਅਗਵਾ ਕਰਨ ਦਾ ਮਕਸਦ ਪੈਸਾ ਸੀ ਤਾਂ ਮੇਰਾ ਬਾਪ ਕੋਈ ਲੈਂਡਲੌਂਡ ਨਹੀਂ ਸੀ, ਆਮ ਜਿਹਾ ਇਨਸਾਨ ਸੀ। ਇਸ ਲਈ ਮੈਂ ਇਹ ਨਹੀਂ ਸੋਚ ਸਕਦੀ ਸੀ ਕਿ ਪੈਸੇ ਦੇ ਬਦਲੇ ਮੈਨੂੰ ਅਗਵਾ ਕੀਤਾ ਗਿਆ, ਅਤੇ ਦੂਜੀ ਵਜ੍ਹਾ ਜੋ ਸੀ ਉਸ ਦਾ ਅੰਦਾਜ਼ਾ ਮੈਨੂੰ ਹੋ ਚੁੱਕਿਆ ਸੀ। ਸ਼ਾਇਦ ਹਵਸ ਦੇ ਮਾਰੇ ਮੈਨੂੰ ਕਿਡਨੈਪ ਕੀਤਾ ਗਿਆ ਸੀ। ਅੱਜ ਕੱਲ੍ਹ ਅਮੀਰ ਬਾਪ ਦੇ ਵਿਗੜੇ ਲੜਕੇ ਹੋਣਗੇ ਜੋ ਮੈਨੂੰ ਸੁਨਸਾਨ ਸੜਕ ਤੇ ਦੇਖ ਕੇ ਉਹਨਾਂ ਨੇ ਮੈਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਉਣ ਦੇ ਲਈ ਇਹ ਸਭ ਕੀਤਾ ਹੋਵੇਗਾ। 2 ਦਿਨ ਤੋਂ ਉਹ ਲੋਕ ਮੈਨੂੰ ਨਸ਼ੇ ਦਾ ਇੰਜੈਕਸ਼ਨ ਦੇ ਕੇ ਮੇਰੇ ਨਾਲ ਨਾ ਜਾਣੇ ਕਿੰਨੀ ਵਾਰ ਕੁਕਰਮ ਕਰ ਚੁੱਕੇ ਸੀ। ਮੇਰੇ ਸਰੀਰ ਤੇ ਜਗਦੀ ਸਿਗਰਟ ਬੁਝਾਉਂਦੇ ਸੀ। ਇੱਥੋਂ ਤੱਕ ਕਿ ਇਹ ਨਿਸ਼ਾਨ ਉਹਨਾਂ ਦੀ ਜੁਰਮ ਦੀ ਦਾਸਤਾਨ ਸੁਣਾ ਰਹੇ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰੇ ਤੋਂ ਕਿਸੇ ਦਾ ਦੁਸ਼ਮਣੀ ਦਾ ਬਦਲਾ ਲਿਆ ਗਿਆ ਹੋਵੇ। ਜੇ ਉਹਨਾਂ ਦਾ ਮਕਸਦ ਸਿਰਫ ਮੈਨੂੰ ਬਰਬਾਦ ਕਰਨਾ ਸੀ ਤਾਂ ਹੁਣ ਤੱਕ ਮੈਨੂੰ ਸੜਕ ਜਾਂ ਫੁੱਟਪਾਥ ਤੇ ਸੁੱਟ ਚੁੱਕੇ ਹੁੰਦੇ, ਜਾਂ ਫਿਰ ਮੈਨੂੰ ਮਾਰ ਕੇ ਕਿਸੇ ਨਦੀ 'ਚ ਸੁੱਟ ਦਿੰਦੇ, ਜਿਵੇਂ ਅਕਸਰ ਕੀਤਾ ਜਾਂਦਾ ਸੀ। ਲੇਕਿਨ ਮੈਂ ਹਾਲੇ ਤੱਕ ਉਸ ਕਮਰੇ 'ਚ ਕੈਦ ਸੀ ਤੇ ਜਿਉਂਦੀ ਸੀ। ਹਰ ਗੱਲ ਤੋਂ ਅਣਜਾਣ ਮੈਂ ਆਪਣੀ ਇਸ ਦਰਦਨਾਕ ਸੋਚ ਤੇ ਹੰਝੂ ਬਹਾ ਰਹੀ ਸੀ ਤੇ ਉਦੋਂ ਹੀ ਦਰਵਾਜ਼ਾ ਖੁੱਲਿਆ।
ਅਤੇ ਉਹੀ ਹੱਟਾ ਕੱਟਾ ਆਦਮੀ ਹੱਥ ਵਿੱਚ ਦਵਾਈ ਲੈ ਕੇ ਮੇਰੇ ਕਰੀਬ ਆਉਣ ਲੱਗਿਆ। ਮੈਂ ਪਿੱਛੇ ਹਟ ਗਈ। ਉਹ ਮੇਰੇ ਕੋਲ ਆ ਕੇ ਬੈਠ ਗਿਆ। ਕਹਿਣ ਲੱਗਿਆ, ਮੇਰੇ ਤੋਂ ਕਿਉਂ ਘਬਰਾ ਰਹੀ ਆ? ਮੈਂ ਤਾਂ ਤੇਰਾ ਮਸੀਹਾ ਹਾਂ, ਤੈਨੂੰ ਦਵਾ ਲਗਾਉਣ ਆਇਆ ਹਾਂ। ਉਸ ਦਾ ਅੰਦਾਜ਼ ਮਜ਼ਾਕ ਉਡਾਉਣ ਵਾਲਾ ਤੇ ਮੇਰੀ ਇਨਸਲਟ ਕਰਨ ਵਾਲਾ ਸੀ। ਇਸ ਤੋਂ ਪਹਿਲਾਂ ਕਿ ਉਹ ਮੇਰੇ ਕੋਲ ਆ ਕੇ ਮੇਰੇ ਸਰੀਰ ਨੂੰ ਹੱਥ ਲਗਾਉਂਦਾ, ਮੈਂ ਉਸ ਨੂੰ ਹੱਥ ਦੇ ਇਸ਼ਾਰੇ ਤੋਂ ਰੋਕ ਦਿੱਤਾ। ਮੈਂ ਕਿਹਾ, ਦਵਾਈ ਇੱਥੇ ਰੱਖ ਦਿਓ, ਮੈਂ ਖੁਦ ਲਗਾ ਲਵਾਂਗੀ ਤੇ ਤੂੰ ਇੱਥੋਂ ਚਲਾ ਜਾ। ਮੇਰੀ ਗੱਲ ਸੁਣ ਕੇ ਉਹ ਕਮੀਨਗੀ ਹਾਸੀ ਹੱਸਣ ਲੱਗਿਆ ਤੇ ਕਹਿਣ ਲੱਗਿਆ, 2 ਦਿਨ ਤੋਂ ਮੈਂ ਤੇਰੇ ਜ਼ਖਮਾਂ ਤੇ ਦਵਾਈ ਲਗਾ ਰਿਹਾ। ਸਰ ਦਾ ਆਰਡਰ ਹੈ, 2 ਦਿਨ ਤੋਂ ਇਸ ਲੜਕੀ ਦੇ ਜ਼ਖਮ ਭਰ ਜਾਣੇ ਚਾਹੀਦੇ ਹਨ। ਮੈਂ ਪੁੱਛਿਆ, ਕੌਣ ਆ ਤੇਰਾ ਸਰ? ਉਸਨੇ ਕਿਉਂ ਮੈਨੂੰ ਕਿਡਨੈਪ ਕੀਤਾ ਤੇ ਮੈਂ ਉਸਦਾ ਕੀ ਵਿਗਾੜਿਆ ਹੈ? ਮੇਰੀ ਗੱਲ ਸੁਣ ਕੇ ਉਹ ਮੈਨੂੰ ਗੌਰ ਨਾਲ ਦੇਖਣ ਲੱਗਿਆ। ਕਹਿਣ ਲੱਗਿਆ, ਇਹ ਤਾਂ ਤੂੰ ਬੌਸ ਤੋਂ ਹੀ ਪੁੱਛ ਲੈਣਾ, ਮੈਨੂੰ ਕੁਝ ਵੀ ਕਹਿਣ ਦਾ ਆਰਡਰ ਨਹੀਂ ਆ। ਮੈਂ ਕਿਹਾ, ਜੋ ਵੀ ਤੇਰਾ ਸਾਰਾ, ਉਹ 1 ਨੰਬਰ ਦਾ ਗਿਰਿਆ ਹੋਇਆ ਅਤੇ ਨਾਮਰਦ ਇਨਸਾਨ ਆ, ਜੋ ਕਮਜ਼ੋਰ ਔਰਤਾਂ ਨੂੰ ਨਸ਼ੇ ਦੀ ਹਾਲਤ ਵਿੱਚ ਬਰਬਾਦ ਕਰਕੇ ਖੁਦ ਨੂੰ ਮਰਦ ਕਹਾਉਂਦਾ। ਉਸ ਨੂੰ ਕਿਹੋ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਗੱਲ ਕਰੇ, ਜੇ ਵਾਕਈ ਕਿਸੇ ਮਰਦ ਦੀ ਔਲਾਦ ਹੈ ਤਾਂ। ਮੈਂ ਜਿੰਨੇ ਕਠੋਰ ਸ਼ਬਦ ਇਸਤੇਮਾਲ ਕਰ ਸਕਦੀ ਸੀ ਕਹਿ ਰਹੀ ਸੀ। ਮੇਰੀ ਗੱਲ ਸੁਣ ਕੇ ਉਹ ਆਦਮੀ ਕੁਝ ਚੁੱਪ ਜਿਹਾ ਹੋ ਗਿਆ। ਕਹਿਣ ਲੱਗਿਆ, ਲੜਕੀ, ਤੇਰੀ ਇਸ ਜ਼ੁਬਾਨ ਦਾ ਨਤੀਜਾ ਹੈ ਜੋ ਤੂੰ ਭੁਗਤ ਰਹੀ ਆ, ਮਰਦੇ ਦਮ ਤੱਕ ਭੁਗਤਦੀ ਰਹੇਗੀ। ਇਸ ਕਮਰੇ ਵਿੱਚ ਜਗ੍ਹਾ ਜਗ੍ਹਾ ਕੈਮਰੇ ਲੱਗੇ ਹਨ ਤੇ ਸਰ ਦੀ ਨਜ਼ਰ ਤੇਰੀ ਹਰ ਹਰਕਤ ਉੱਤੇ ਆ ਤੇ ਬੇਧੜਕ ਸਰ ਦੇ ਲਈ ਇੰਨੀ ਗੰਦੀ ਜ਼ੁਬਾਨ ਇਸਤੇਮਾਲ ਕਰ ਰਹੀ ਆ ਤਾਂ ਉਸ ਦੀ ਭਰਪਾਈ ਤੈਨੂੰ ਸਹੀ ਨਹੀਂ ਜਾਵੇਗੀ, ਕਿਉਂਕਿ ਹੁਣ ਜੋ ਕੁਝ ਤੇਰੇ ਨਾਲ ਹੋਵੇਗਾ ਉਸ ਦੀ ਤੂੰ ਖੁਦ ਜ਼ਿੰਮੇਵਾਰ ਹੋਵੇਂਗੀ ਤੇ ਜੋ ਕੁਝ ਹੁਣ ਤੇਰੇ ਨਾਲ ਹੋਵੇਗਾ ਉਹ ਹੋਸ਼ੋ ਹਵਾਸ ਵਿੱਚ ਹੋਵੇਗਾ। ਇਹ ਕਹਿ ਕੇ ਉਹ ਬਾਹਰ ਚਲਿਆ ਗਿਆ। ਮੈਂ ਪੂਰੇ ਕਮਰੇ ਦਾ ਬਰੀਕੀ ਨਾਲ ਜਾਇਜ਼ਾ ਲੈਣ ਲੱਗੀ, ਲੇਕਿਨ ਮੈਨੂੰ ਕਿਤੇ ਵੀ ਕੈਮਰਾ ਨਜ਼ਰ ਨਹੀਂ ਆਇਆ। ਸ਼ਾਇਦ ਉਹ ਕੋਈ ਖੂਫੀਆ ਕੈਮਰੇ ਸੀ ਜੋ ਛੋਟੇ ਤੋਂ ਛੋਟੇ ਤੇ ਨਜ਼ਰਾਂ ਵਿੱਚ ਨਹੀਂ ਆ ਰਹੇ ਸੀ। ਮੈਂ ਰਾਤ ਤੱਕ ਆਪਣੀ ਗੁਜ਼ਰੀ ਜ਼ਿੰਦਗੀ ਦੇ ਬਾਰੇ ਸੋਚਦੀ ਰਹੀ। ਮੈਨੂੰ ਕੁਝ ਅਜਿਹਾ ਯਾਦ ਨਹੀਂ ਆ ਰਿਹਾ ਸੀ। ਕਿੰਨੇ ਹੀ ਘੰਟੇ ਗੁਜ਼ਰ ਚੁੱਕੇ ਸੀ, ਸ਼ਾਇਦ ਅੱਧੀ ਰਾਤ ਹੋ ਗਈ, ਜਦੋਂ ਮੇਰੇ ਕਮਰੇ ਦਾ ਦਰਵਾਜ਼ਾ ਫਿਰ ਤੋਂ ਖੁੱਲਿਆ। ਮੈਂ ਜੋ ਆਦਮੀ ਮੇਰੇ ਸਾਹਮਣੇ ਖੜਾ ਸੀ ਉਸ ਨੂੰ ਦੇਖ ਕੇ ਮੈਂ ਸਾਹ ਲੈਣਾ ਭੁੱਲ ਗਈ। ਇਹ ਤਾਂ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਕਿ ਇਹ ਸਭ ਸ਼ੁਰੂ ਕਿੱਥੋਂ ਹੋਇਆ ਸੀ। ਮੇਰੇ ਲਈ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਸੀ, ਕਿਉਂਕਿ ਮੈਂ ਪ੍ਰੋਫੈਸ਼ਨਲ ਲੈਵਲ ਤੇ ਇੱਕ ਸਪੀਚ ਵਿੱਚ ਹਿੱਸਾ ਲੈਣ ਜਾ ਰਹੀ ਸੀ। ਮੈਂ ਉਹਨਾਂ ਲੋਕਾਂ ਵਿੱਚੋਂ ਸੀ ਦੁਨੀਆ ਵਿੱਚ ਜੋ ਆਪਣੀ ਇੱਜ਼ਤ ਅਤੇ ਹੁਨਰ ਆਪਣੇ ਸ਼ਬਦਾਂ ਨਾਲ ਬਣਾਉਂਦੇ ਹਨ। ਮੈਂ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਮੰਮੀ ਪਾਪਾ ਤੋਂ ਢੇਰ ਸਾਰਾ ਆਸ਼ੀਰਵਾਦ ਲਿਆ ਤੇ ਮੈਂ ਆਪਣੇ ਘਰ ਦੀ ਵੱਡੀ ਬੇਟੀ ਸੀ। ਮੇਰੇ ਤੋਂ ਛੋਟਾ ਮੇਰਾ ਇੱਕ ਭਰਾ ਸੀ ਜੋ ਹਾਲੇ ਬਹੁਤ ਹੀ ਛੋਟਾ ਸੀ, 5ਵੀਂ ਕਲਾਸ 'ਚ ਪੜ੍ਹ ਰਿਹਾ ਸੀ। ਮੰਮੀ ਪਾਪਾ ਨੇ ਮੈਨੂੰ ਆਪਣਾ ਆਸ਼ੀਰਵਾਦ ਦਿੱਤਾ ਤੇ ਮੈਨੂੰ ਕਾਲਜ ਭੇਜ ਦਿੱਤਾ ਤੇ ਕਿਹਾ ਕਿ ਸਾਡੀ ਬੇਟੀ ਜਿੱਤ ਕੇ ਆਵੇਗੀ। ਮੈਂ ਕਾਲਜ ਵਿੱਚ ਸਭ ਤੋਂ ਜ਼ਿਆਦਾ ਕੌਨਫੀਡੈਂਸ ਨਾਲ ਭਰੀ ਹੋਈ ਲੜਕੀ ਸੀ ਤੇ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਹ ਸਪੀਚ ਦਾ ਮੁਕਾਬਲਾ ਤਾਂ ਮੈਂ ਹੀ ਜਿੱਤਾਂਗੀ। ਕੁਝ ਦੇਰ ਬਾਅਦ ਅਸੀਂ ਉਹ ਕਾਲਜ ਵਿੱਚ ਪਹੁੰਚ ਗਏ ਜਿੱਥੇ ਇਹ ਮੁਕਾਬਲਾ ਹੋਣ ਵਾਲਾ ਸੀ। ਉਹ ਕਾਲਜ ਬਹੁਤ ਹੀ ਵੱਡਾ ਸੀ ਤੇ ਇਸ ਸਪੀਚ ਮੁਕਾਬਲੇ ਨੂੰ ਸਪਾਂਸਰ ਕਰਨ ਵਾਲੇ ਬਹੁਤ ਅਮੀਰ ਲੋਕ ਉੱਥੇ ਮੌਜੂਦ ਸੀ। ਮੈਂ ਥੋੜਾ ਘਬਰਾਈ ਹੋਈ ਸੀ। ਅਗਲੇ ਹੀ ਪਲ ਮੈਨੂੰ ਮੇਰੇ ਮਾਂ-ਬਾਪ ਅਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਆਸ਼ੀਰਵਾਦ ਦੀ ਯਾਦ ਆਈ ਤਾਂ ਮੈਂ ਸਭ ਕੁਝ ਇੱਕ ਤਰਫ ਰੱਖ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੀ। ਜਦੋਂ ਮੈਂ ਉੱਥੇ ਭਰੀ ਭੀੜ ਦੇ ਸਾਹਮਣੇ ਆਪਣੀ ਸਪੀਚ ਦਿੱਤੀ ਤਾਂ ਸਭ ਲੋਕ ਕਾਫੀ ਇੰਪ੍ਰੈਸ ਹੋਏ। ਖਾਸ ਤੌਰ ਤੇ ਮੇਰਾ ਕੌਨਫੀਡੈਂਸ ਤੇ ਮੇਰੇ ਸ਼ਬਦ ਬਗੈਰ ਕਿਸੇ ਲੜਖੜਾਹਟ ਨੇ ਮੈਨੂੰ ਇਨਾਮ ਦਾ ਹੱਕਦਾਰ ਬਣਾ ਦਿੱਤਾ ਸੀ। ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਹਸੀਨ ਦਿਨ ਸੀ। ਇਸ ਸਪੀਚ ਮੁਕਾਬਲੇ ਨੂੰ ਸਪਾਂਸਰ ਕਰਨ ਵਾਲੇ ਸ਼ਹਿਰ ਦੇ ਸਭ ਤੋਂ ਅਮੀਰ ਇਨਸਾਨ ਸੀ, ਪਰ ਉਹ ਇਵੈਂਟ ਵਿੱਚ ਸ਼ਾਮਲ ਨਾ ਹੋ ਸਕੇ। ਪਰ ਉਹਨਾਂ ਦਾ ਇਕਲੌਤਾ ਬੇਟਾ ਉੱਥੇ ਮੌਜੂਦ ਸੀ। ਸਪੀਚ ਦਿੰਦੇ ਹੋਏ 1-2 ਵਾਰੀ ਮੇਰੀ ਨਜ਼ਰ ਉਸ ਨਾਲ ਟਕਰਾਈ। ਉਹ ਮੈਨੂੰ ਹੀ ਘੂਰ ਰਿਹਾ ਸੀ। ਮੈਂ ਨਜ਼ਰ ਅੰਦਾਜ਼ ਕੀਤਾ ਤੇ ਆਪਣੀ ਸਪੀਚ ਤੇ ਧਿਆਨ ਦਿੱਤਾ। ਜਦੋਂ ਇਨਾਮ ਦੇਣ ਦੀ ਵਾਰੀ ਆਈ ਤਾਂ ਉਹਨਾਂ ਦੇ ਹੱਥੋਂ ਵਿੱਚੋਂ ਮੈਨੂੰ ਇਨਾਮ ਦਿੱਤਾ ਜਾਣਾ ਸੀ। ਮੈਂ ਹਲਕੀ ਜਿਹੀ ਨਜ਼ਰ ਸਟੇਜ ਤੇ ਤਾਲੀਆਂ ਦੀ ਗੂੰਜ ਵਿੱਚ ਆਉਣ ਵਾਲੇ ਉਸ ਇਨਸਾਨ ਤੇ ਪਾਈ ਤਾਂ ਉਹ ਇੱਕਦਮ ਹੀ ਮੇਰੀ ਉਮਰ ਦਾ ਨੌਜਵਾਨ ਸੀ, ਜਿਸ ਦੇ ਚਿਹਰੇ ਤੇ ਗਰੂਰ ਅਤੇ ਘਮੰਡ ਝਲਕ ਰਿਹਾ ਸੀ। ਉਹ ਇੱਕ ਰੋਬ ਵਿੱਚ ਚੱਲਦਾ ਹੋਇਆ ਸਟੇਜ ਤੱਕ ਆਇਆ, ਮੰਨੋ ਜਿਵੇਂ ਉਹ ਸਭ ਉੱਤੇ ਅਹਿਸਾਨ ਕਰ ਰਿਹਾ ਹੋਵੇ। ਮੈਂ ਨਜ਼ਰਾਂ ਝੁਕਾਈ ਹੋਈ ਮੁਸਕਰਾ ਰਹੀ ਸੀ। ਜਦੋਂ ਮੈਨੂੰ ਉਸ ਇਨਸਾਨ ਨੇ ਟਰੋਫੀ ਫੜਾਈ ਤਾਂ ਮੈਂ ਜਿਵੇਂ ਹੀ ਉਹ ਟਰੋਫੀ ਫੜੀ ਤਾਂ ਉਹ ਇਨਸਾਨ ਨੇ ਹੌਲੀ ਜਿਹੇ ਮੁਸਕਰਾਉਂਦੇ ਹੋਏ ਬੋਲਿਆ,
ਇਸ ਈਵੈਂਟ ਤੋਂ ਤੈਨੂੰ ਜੋ ਪੈਸੇ ਮਿਲਣਗੇ ਉਸ ਨਾਲ ਕੋਈ ਢੰਗ ਦਾ ਸੂਟ ਖਰੀਦ ਲਈ। ਇਹ ਸ਼ਬਦ ਨੇ ਇੱਕ ਪਲ 'ਚ ਮੇਰੇ ਪੂਰੇ ਸਰੀਰ ਨੂੰ ਜੋੜ ਕੇ ਰੱਖ ਦਿੱਤਾ ਸੀ। ਮੇਰਾ ਪੂਰਾ ਸਰੀਰ ਸਫੇਦ ਪੈ ਚੁੱਕਿਆ ਸੀ। ਮੈਂ ਇੱਕ ਨਜ਼ਰ ਆਪਣੇ ਕੱਪੜਿਆਂ ਤੇ ਪਾਈ, ਉਹੀ ਪੁਰਾਣਾ ਸੂਟ ਸੀ ਜੋ 20-22 ਵਾਰ ਪਹਿਨ ਚੁੱਕੀ ਸੀ, ਪਰ ਕਦੇ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ ਸੀ। ਖੈਰ, ਅਮੀਰ ਲੋਕਾਂ ਦੀ ਸੋਚ ਸੀ ਐਸ਼ੋ ਆਰਾਮ ਵਿੱਚ ਜ਼ਿੰਦਗੀ ਸ਼ੁਰੂ ਹੁੰਦੀ ਆ ਤੇ ਐਸ਼ੋ ਆਰਾਮ ਵਿੱਚ ਹੀ ਖਤਮ ਹੋ ਜਾਂਦੀ ਆ। ਮੈਂ ਸਰ ਝਟਕ ਕੇ ਸ਼ੁਕਰੀਆ ਅਦਾ ਕਰਦੇ ਹੋਏ ਸਟੇਜ ਤੋਂ ਉਤਰਨ ਲੱਗੀ। ਉਹ ਲੜਕਾ ਜਿਸ ਦਾ ਨਾਮ ਰਣਵੀਰ ਸੀ, ਉਸ ਦੀ ਆਵਾਜ਼ ਮੈਨੂੰ ਆਪਣੇ ਪਿੱਠ ਪਿੱਛੇ ਸੁਣਾਈ ਦੇ ਰਹੀ ਸੀ। ਉਹ ਕਹਿ ਰਿਹਾ ਸੀ ਕਿ ਵੈਸੇ ਜੇ ਤੂੰ ਚਾਹੇ ਤਾਂ ਮੈਂ ਤੇਰੇ ਕੋਲ ਹਰ ਚੀਜ਼ ਦਾ ਢੇਰ ਲਗਾ ਸਕਦਾ, ਬਸ ਇੱਕ ਵਾਰ ਮੇਰੇ ਨਾਲ। ਅੱਗੇ ਦੇ ਸ਼ਬਦ ਮੈਂ ਸੁਣਨਾ ਨਹੀਂ ਚਾਹੁੰਦੀ ਸੀ। ਮੈਂ ਉਸ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਸਟੇਜ ਤੋਂ ਉੱਤਰ ਆਈ। ਉਸ ਲੜਕੇ ਦੀਆਂ ਗੱਲਾਂ 'ਚੋਂ ਅੰਦਾਜ਼ਾ ਹੋ ਰਿਹਾ ਸੀ ਕਿ ਉਹ ਕਿੰਨਾ ਥਰਡ ਕਲਾਸ ਟਾਈਪ ਦਾ ਲੜਕਾ ਹੈ। ਬਾਰ-ਬਾਰ ਆਪਣੇ ਪੈਸੇ ਦਾ ਰੋਹਬ ਝਾੜ ਕੇ ਦੂਜਿਆਂ ਨੂੰ ਨੀਚਾ ਦਿਖਾਉਣਾ, ਨਾ ਜਾਣੇ ਕੀ ਸਮਝਾਉਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਸੀ। ਰਣਵੀਰ ਬਹੁਤ ਹੀ ਖੂਬਸੂਰਤ ਪਰਸਨੈਲਿਟੀ ਦਾ ਮਾਲਕ ਸੀ, ਪਰ ਮੈਂ ਵੀ ਘੱਟ ਨਹੀਂ ਸੀ। ਮੈਂ ਆਪਣੀ ਖੂਬਸੂਰਤੀ ਦਾ ਦਿਖਾਵਾ ਕਰਨਾ ਮੇਰੀ ਆਦਤ 'ਚ ਸ਼ਾਮਲ ਨਹੀਂ ਸੀ। ਉਸ ਦਿਨ ਜਦੋਂ ਮੈਂ ਕਾਲਜ ਤੋਂ ਘਰ ਦੇ ਜਾਣ ਲਈ ਲੱਗੀ ਤਾਂ ਬੱਸ ਹਾਲੇ ਚੱਲੀ ਨਹੀਂ ਸੀ, ਬਲਕਿ ਲੜਕੀਆਂ ਬੱਸ ਦੇ ਅੰਦਰ ਜਾ ਰਹੀਆਂ ਸੀ ਤਾਂ ਅਚਾਨਕ ਰਣਵੀਰ ਸੇਠੀ ਦੀ ਵੱਡੀ ਸਾਰੀ ਗੱਡੀ ਸਾਡੀ ਬੱਸ ਦੇ ਕੋਲ ਆ ਕੇ ਖੜੀ ਹੋ ਗਈ। ਮੈਨੂੰ ਉਸ ਦਾ ਇਹ ਅੰਦਾਜ਼ ਬਹੁਤ ਬੁਰਾ ਲੱਗਿਆ। ਉਹ ਆਪਣੀ ਗੱਡੀ ਦਾ ਸ਼ੀਸ਼ਾ ਹੇਠਾਂ ਕਰਦੇ ਹੋਏ ਮੈਨੂੰ ਕਹਿਣ ਲੱਗਿਆ ਕਿ ਮੈਡਮ, ਇੱਕ ਕੱਪ ਕੌਫੀ ਹੋ ਜਾਵੇ। ਉਸ ਦਾ ਇਹ ਅੰਦਾਜ਼ ਦੇਖ ਕੇ ਮੈਂ ਤਾਂ ਇੱਕ ਪਲ ਵਿੱਚ ਅੱਗ ਬਬੂਲਾ ਹੋ ਚੁੱਕੀ ਸੀ। ਆਖਰ ਉਸ ਦੀ ਹਿੰਮਤ ਕਿਵੇਂ ਹੋਈ ਮੈਨੂੰ ਇਸ ਤਰ੍ਹਾਂ ਕਹਿਣ ਦੀ। ਮੈਂ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਦੇ ਹੋਏ ਅੱਗੇ ਵਧੀ ਅਤੇ ਬੱਸ ਵਿੱਚ ਬੈਠ ਗਈ। ਮੇਰਾ ਪੂਰਾ ਸਰੀਰ ਗੁੱਸੇ ਦੀ ਵਜ੍ਹਾ ਨਾਲ ਕੰਬ ਰਿਹਾ ਸੀ। ਦਿਲ ਸੀ ਕਿ ਸੀਨਾ ਚੀਰ ਕੇ ਬਾਹਰ ਹੀ ਆ ਡਿੱਗਦਾ। ਮੈਂ ਕੁਝ ਹੀ ਦੇਰ ਵਿੱਚ ਘਰ ਪਹੁੰਚੀ ਤੇ ਮੰਮੀ ਪਾਪਾ ਮੇਰੀ ਕਾਮਯਾਬੀ ਤੇ ਬਹੁਤ ਖੁਸ਼ ਸੀ। ਅਗਲੇ ਦਿਨ ਮੇਰੀ ਇਸ ਕਾਮਯਾਬੀ ਤੇ ਕਾਲਜ ਵਿੱਚ ਇੱਕ ਪਾਰਟੀ ਰੱਖੀ ਗਈ ਸੀ। ਮੈਂ ਜਦੋਂ ਕਾਲਜ ਗਈ ਤਾਂ ਮੈਂ ਇਹ ਦੇਖ ਕੇ ਦੰਗ ਰਹਿ ਗਈ ਕਿ ਉਸ ਦੇ ਬਾਹਰ ਤਾਂ ਉਸ ਵੱਡੀ ਗੱਡੀ ਖੜੀ ਸੀ, ਜਾਣੀ ਕਿ ਰਣਵੀਰ ਸੇਠੀ ਦੀ। ਜਦੋਂ ਅੰਦਰ ਦਾਖਲ ਹੋਈ ਤਾਂ ਸੱਚਮੁੱਚ ਰਣਵੀਰ ਉੱਥੇ ਮੌਜੂਦ ਸੀ, ਜਿਸ ਨੇ ਮੈਨੂੰ ਦੇਖਿਆ ਤਾਂ ਫੌਰਨ ਮੇਰੇ ਕੋਲ ਆਇਆ ਤੇ ਹੱਥ ਮਿਲਾਉਣ ਦੇ ਲਈ ਅੱਗੇ ਵਧਾਇਆ। ਮੈਂ ਇੱਕ ਚੁਭਦੀ ਹੋਈ ਨਜ਼ਰ ਰਣਵੀਰ ਦੇ ਚਿਹਰੇ ਤੇ ਪਾਈ ਤੇ ਫਿਰ ਲਾਪਰਵਾਹੀ ਨਾਲ ਹੈਲੋ ਕਹਿ ਕੇ ਅੱਗੇ ਵਧ ਗਈ। ਉਸ ਦਾ ਚਿਹਰਾ ਇੱਕ ਪਲ ਦੇ ਵਿੱਚ ਹੀ ਗੁੱਸੇ ਦੀ ਵਜ੍ਹਾ ਨਾਲ ਲਾਲ ਹੋ ਗਿਆ। ਉਸ ਨੇ ਅੱਗੇ ਵਧ ਕੇ ਮੇਰਾ ਹੱਥ ਕੱਸ ਕੇ ਫੜ ਲਿਆ ਤੇ ਝਟਕੇ ਨਾਲ ਆਪਣੇ ਵੱਲ ਖਿੱਚਿਆ। ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਚੁੱਕੀਆਂ ਸੀ। ਕਹਿਣ ਲੱਗਿਆ, ਅੱਜ ਤੱਕ ਮੈਨੂੰ ਕਿਸੇ ਲੜਕੀ ਨੇ ਨਾ ਨਹੀਂ ਕੀਤੀ, ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਇਗਨੋਰ ਕਰਨ ਦੀ? ਮੈਂ ਤੈਨੂੰ ਮਾਲਾਮਾਲ ਕਰ ਦੇਵਾਂਗਾ, ਪਰ ਮੇਰੀ ਆਣ ਨੂੰ ਠੇਸ ਨਾ ਪਹੁੰਚੇ। ਫਿਰ ਚਿਹਰੇ ਤੇ ਇੱਕ ਘਿਨਾਉਣੀ ਜਿਹੀ ਮੁਸਕਰਾਹਟ ਲੈ ਕੇ ਬੋਲਿਆ, ਫਿਰ ਇੱਕ ਰਾਤ ਦੀ ਹੀ ਤਾਂ ਗੱਲ ਆ, ਉਸ ਦੇ ਬਾਅਦ ਤੇਰੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ। ਉਸ ਦੀ ਇਹ ਗੱਲ ਮੇਰੇ ਅੰਦਰ ਤੱਕ ਚੁੱਭ ਚੁੱਕੀ ਸੀ। ਮੈਂ ਝਟਕੇ ਨਾਲ ਉਸ ਦਾ ਹੱਥ ਆਪਣੇ ਹੱਥ 'ਚੋਂ ਛੁਡਾਇਆ ਤੇ ਧੱਕਾ ਦੇ ਕੇ ਬੋਲੀ ਕਿ ਮੈਂ ਇਸ ਟਾਈਪ ਦੀ ਲੜਕੀ ਨਹੀਂ ਹਾਂ ਜਿਵੇਂ ਤੂੰ ਸਮਝ ਰਿਹਾ। ਖਬਰਦਾਰ ਜੇ ਅੱਗੇ ਤੋਂ ਮੇਰੇ ਰਸਤੇ 'ਚ ਆਇਆ, ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਪਰ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਅੱਗੇ ਮੇਰੀ ਜ਼ਿੰਦਗੀ ਵਿੱਚ ਕੀ ਭਿਆਨਕ ਤੂਫਾਨ ਆਉਣ ਵਾਲਾ ਸੀ। ਜਿਵੇਂ ਹੀ ਉਹ ਈਵੈਂਟ ਖਤਮ ਹੋਇਆ ਤਾਂ ਮੈਂ ਆਪਣੀ ਬੱਸ ਵਿੱਚ ਬੈਠ ਕੇ ਘਰ ਜਾਣ ਦੇ ਲਈ ਨਿਕਲ ਗਈ। ਆਪਣੇ ਘਰ ਤੋਂ ਕੁਝ ਹੀ ਦੂਰੀ ਤੇ ਉੱਤਰ ਜਾਇਆ ਕਰਦੀ ਸੀ, ਕਿਉਂਕਿ ਗੱਡੀ ਸਾਡੇ ਮੁਹੱਲੇ ਤੱਕ ਨਹੀਂ ਜਾਂਦੀ ਸੀ। ਮੈਂ ਜਿਵੇਂ ਹੀ ਆਪਣੀ ਗੱਡੀ ਵਿੱਚੋਂ ਉੱਤਰ ਕੇ ਘਰ ਦੇ ਵੱਲ ਜਾਣ ਲੱਗੀ ਤਾਂ ਇੱਕ ਗੱਡੀ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ। ਮੈਂ ਡਰ ਦੇ ਮਾਰੇ ਕੁਝ ਕਦਮ ਪਿੱਛੇ ਹਟ ਗਈ। ਸਾਹਮਣੇ ਰਣਵੀਰ ਸੇਠੀ ਗੱਡੀ ਵਿੱਚੋਂ ਉਤਰਿਆ, ਜੋ ਮੈਨੂੰ ਬਹੁਤ ਹੀ ਗੁੱਸੇ ਵਾਲੀਆਂ ਅੱਖਾਂ ਨਾਲ ਦੇਖਦੇ ਹੋਏ ਬੋਲਿਆ ਕਿ ਆ ਕੇ ਗੱਡੀ ਵਿੱਚ ਬੈਠ, ਮੈਨੂੰ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਆ। ਪਰ ਮੈਂ ਗੁੱਸੇ ਨਾਲ ਕਿਹਾ ਕਿ ਇਹ ਸ਼ਰੀਫਾਂ ਦਾ ਮੁਹੱਲਾ, ਇੱਥੇ ਤੇਰੇ ਵਰਗੇ ਲੋਕਾਂ ਦੀ ਕੋਈ ਜਗ੍ਹਾ ਨਹੀਂ। ਮੈਂ ਇੱਕ ਸ਼ਰੀਫ ਅਤੇ ਇੱਜ਼ਤਦਾਰ ਘਰਾਣੇ ਦੀ ਲੜਕੀ ਆ। ਖਬਰਦਾਰ ਜੋ ਅੱਗੇ ਤੋਂ ਮੇਰੇ ਰਸਤੇ 'ਚ ਆਇਆ। ਤਾਂ ਮੈਂ ਇੰਨਾ ਕਹਿ ਕੇ ਜਿਵੇਂ ਹੀ ਮੁੜੀ ਤਾਂ ਉਸਨੇ ਅਗਲੇ ਹੀ ਪਲ ਮੈਨੂੰ ਆਪਣੀਆਂ ਬਾਹਾਂ 'ਚ ਗ੍ਰਿਫਤਾਰ ਕਰ ਲਿਆ। ਮੇਰੇ ਸਰੀਰ ਵਿੱਚੋਂ ਅੱਗ ਲੱਗ ਚੁੱਕੀ ਸੀ। ਆਖਰ ਉਸ ਦੀ ਹਿੰਮਤ ਕਿਵੇਂ ਹੋਈ ਮੈਨੂੰ ਦੁਬਾਰਾ ਹੱਥ ਲਗਾਉਣ ਦੀ? ਮੈਂ ਉਸ ਨੂੰ ਪਹਿਲਾਂ ਹੀ ਵਾਰਨ ਕਰ ਚੁੱਕੀ ਸੀ, ਲੇਕਿਨ ਉਹ ਨਹੀਂ ਮੰਨਿਆ ਤੇ ਫਿਰ ਮੈਂ ਬਗੈਰ ਸੋਚੇ ਸਮਝੇ ਰਣਵੀਰ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਦੇ ਮਾਰਿਆ ਤੇ ਉਹ ਆਵਾਜ਼ ਆਸ-ਪਾਸ ਦੀਆਂ ਦੁਕਾਨਾਂ ਤੱਕ ਵੀ ਪਹੁੰਚ ਗਈ। ਸਭ ਹੈਰਾਨਗੀ ਨਾਲ ਇਹ ਮੰਜ਼ਰ ਦੇਖਣ ਲੱਗੇ। ਮੈਂ ਬਹੁਤ ਹੀ ਗੁੱਸੇ ਭਰੇ ਸ਼ਬਦਾਂ ਨਾਲ ਬੋਲੀ ਕਿ ਖਬਰਦਾਰ ਇਹ ਦੁਬਾਰਾ ਅਜਿਹੀ ਕਰਨ ਦੀ ਹਿੰਮਤ ਕੀਤੀ ਤਾਂ
ਮੈਂ ਤੇਰਾ ਮੂੰਹ ਨੋਚ ਲਵਾਂਗੀ। ਮੈਂ ਉਸ ਦਿਨ ਰਣਵੀਰ ਨੂੰ ਬਹੁਤ ਜਲੀਲ ਕੀਤਾ ਤੇ ਫਿਰ ਉੱਥੋਂ ਆਪਣੇ ਘਰ ਦੇ ਲਈ ਚਲੀ ਗਈ, ਪਰ ਮੈਂ ਆਪਣੇ ਮੰਮੀ ਪਾਪਾ ਨੂੰ ਕੁਝ ਨਹੀਂ ਦੱਸਿਆ। ਅਗਲੇ ਦਿਨ ਜਦੋਂ ਕਾਲਜ ਦੇ ਲਈ ਨਿਕਲੀ ਤਾਂ ਥੋੜਾ ਡਰ ਵੀ ਸੀ ਕਿ ਕਿਤੇ ਰਣਵੀਰ ਦੁਬਾਰਾ ਨਾ ਆ ਜਾਵੇ, ਪਰ ਅੱਜ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਕਿੰਨੇ ਹੀ ਦਿਨ ਅਤੇ ਫਿਰ ਹਫ਼ਤੇ ਲੰਘ ਗਏ, ਪਰ ਉਹ ਲੜਕਾ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਮੈਂ ਵੀ ਸਭ ਕੁਝ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਬਿਜੀ ਹੋ ਚੁੱਕੀ ਸੀ, ਪਰ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਲੜਕਾ ਮੈਨੂੰ ਮੇਰੇ ਨਾਲ ਇਸ ਤਰ੍ਹਾਂ ਬਦਲਾ ਲੈ ਲਵੇਗਾ। ਮੈਂ ਅੱਖਾਂ ਦੇ ਸਾਹਮਣੇ ਰਣਵੀਰ ਨੂੰ ਦੇਖ ਰਹੀ ਸੀ, ਜੋ ਪੈਂਟ ਦੀ ਜੇਬ ਵਿੱਚ ਹੱਥ ਪਾ ਕੇ ਚਿਹਰੇ ਤੇ ਮੁਸਕਰਾਹਟ ਲੈ ਕੇ ਮੈਨੂੰ ਗੌਰ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖ ਰਿਹਾ ਸੀ। ਮੈਂ ਸਹਿਮ ਕੇ ਕੁਝ ਕਦਮ ਪਿੱਛੇ ਹਟੀ ਤਾਂ ਮੇਰੇ ਮੂੰਹ ਵਿੱਚੋਂ ਅਟਕਦੇ ਹੋਏ ਇੱਕ ਹੀ ਸ਼ਬਦ ਨਿਕਲਿਆ ਸੀ ਕਿ ਤੂੰ ਰਣਵੀਰ। 2 ਕਦਮ ਮੇਰੇ ਕਰੀਬ ਆਇਆ, ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ, ਹਾਂ ਮੈਂ। ਮੇਰੀਆਂ ਅੱਖਾਂ ਵਿੱਚ ਹੰਝੂ ਭਰ ਆਏ। ਅੱਖਾਂ ਵਿੱਚ ਆਏ ਹੰਝੂ ਸਾਫ਼ ਕਰਦੇ ਹੋਏ ਮੈਂ ਕਿਹਾ, ਆਖਰਕਾਰ ਕੀ ਵਿਗਾੜਿਆ ਸੀ ਮੈਂ ਤੇਰਾ, ਜੋ ਤੂੰ ਮੇਰੇ ਨਾਲ ਇੰਨਾ ਘਿਨਾਉਣਾ ਖੇਲ ਖੇਲਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਜਾ ਰਹੇ ਸੀ। ਮੇਰੀ ਇੱਜ਼ਤ ਤਾਰ-ਤਾਰ ਹੋ ਚੁੱਕੀ ਸੀ। ਤਾਂ ਉਦੋਂ ਉਹ ਇਨਸਾਨ ਹੱਸਦਾ ਹੋਇਆ ਬੋਲਿਆ, ਘਮੰਡ ਤੋੜਨਾ ਸੀ ਮੈਂ ਤੇਰਾ। ਤੈਨੂੰ ਬਹੁਤ ਗਰੂਰ ਸੀ ਨਾ, ਤੈਨੂੰ ਆਪਣੀ ਇੱਜ਼ਤ ਤੇ। ਹੁਣ ਕਿੱਥੇ ਆ ਤੇਰੀ ਇੱਜ਼ਤ? ਦੱਸ ਕਿੱਥੇ ਰਹਿ ਗਈ ਤੇਰੀ ਇੱਜ਼ਤ? ਜਿਸ ਇੱਜ਼ਤ ਦੀ ਖਾਤਰ ਤੂੰ ਭਰੇ ਬਾਜ਼ਾਰ ਵਿੱਚ ਮੇਰੇ ਮੂੰਹ ਤੇ ਥੱਪੜ ਮਾਰਿਆ ਸੀ, ਅੱਜ ਤੇਰੀ ਉਹੀ ਇੱਜ਼ਤ ਤਾਰ-ਤਾਰ ਹੋ ਚੁੱਕੀ ਆ। ਮੈਂ ਤਾਂ ਤੈਨੂੰ ਇੱਕ ਕਾਲ ਗਰਲ ਬਣਾ ਕੇ ਰੱਖ ਦਿੱਤਾ ਹੈ। ਰਣਵੀਰ ਕਮਰੇ ਵਿੱਚ ਘੁੰਮ ਕੇ ਮੈਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਤੇ ਮੇਰਾ ਮਜ਼ਾਕ ਉਡਾਇਆ ਜਾ ਰਿਹਾ ਸੀ, ਜਦ ਕਿ ਮੈਂ ਪਲ-ਪਲ ਖੁਦ ਨੂੰ ਮਰਦਾ ਹੋਇਆ ਮਹਿਸੂਸ ਕਰ ਰਹੀ ਸੀ। ਉਸਨੇ ਬਣਾਵਟੀ ਅਫਸੋਸ ਕਰਦੇ ਹੋਏ ਕਿਹਾ ਕਿ ਕਾਸ਼ ਤੂੰ ਮੇਰੀਆਂ ਗੱਲਾਂ ਮੰਨ ਲੈਂਦੀ, ਮੇਰੀ ਦੋਸਤੀ ਸਵੀਕਾਰ ਕਰ ਲੈਂਦੀ, ਤਾਂ ਅੱਜ ਤੂੰ ਸਿਰਫ ਮੇਰੇ ਤੱਕ ਹੀ ਰਹਿੰਦੀ। ਲੇਕਿਨ ਨਹੀਂ, ਤੂੰ ਤਾਂ ਮੇਰੀ ਗੱਲ ਨਹੀਂ ਮੰਨੀ ਅਤੇ ਉਸ ਦਾ ਨਤੀਜਾ ਇਹ ਹੋਇਆ ਕਿ ਇਹਨਾਂ 2 ਦਿਨਾਂ ਵਿੱਚ ਤੂੰ ਨਾ ਜਾਣੇ ਕਿੰਨੇ ਮਰਦਾਂ ਦਾ ਬਿਸਤਰਾ ਗਰਮ ਕਰ ਚੁੱਕੀ ਆ। ਹੋਰ ਰਣਵੀਰ ਦੇ ਇਹ ਸ਼ਬਦ ਸੁਣ ਕੇ ਮੈਨੂੰ ਧੱਕਾ ਜਿਹਾ ਲੱਗ ਗਿਆ। ਇਹਨਾਂ 2 ਦਿਨਾਂ ਵਿੱਚ ਨਾ ਜਾਣੇ ਮੇਰੇ ਨਾਲ ਕੀ ਹੋ ਚੁੱਕਿਆ ਸੀ। ਮੈਨੂੰ ਉਹ ਸਾਰਾ ਮੰਜ਼ਰ ਇੱਕ ਫਿਲਮ ਦੀ ਤਰ੍ਹਾਂ ਚੱਲਦਾ ਹੋਇਆ ਮਹਿਸੂਸ ਹੋਇਆ। ਆਖਰ ਮੈਂ ਇਸ ਇਨਸਾਨ ਨੂੰ ਇੰਨੇ ਹਲਕੇ ਵਿੱਚ ਕਿਵੇਂ ਲੈ ਸਕਦੀ ਸੀ। ਉਸੇ ਪਲ ਉਸਨੇ ਅੱਗੇ ਵਧਦੇ ਹੋਏ ਆਪਣੇ ਸਖਤ ਹੱਥਾਂ ਨਾਲ ਮੇਰੀ ਗਰਦਨ ਨੂੰ ਦਬੋਚ ਲਿਆ ਤੇ ਮੇਰਾ ਸਾਹ ਲੈਣਾ ਵੀ ਦੁਸ਼ਵਾਰ ਹੋ ਗਿਆ। ਤੇ ਫਿਰ ਇੱਕ ਉਂਗਲੀ ਦੇ ਇਸ਼ਾਰੇ ਨੂੰ ਪਿੱਛੇ ਖੜੇ 2 ਹੱਟੇ ਕੱਟੇ ਮਰਦਾਂ ਨੂੰ ਉੱਥੋਂ ਜਾਣ ਦੇ ਲਈ ਕਿਹਾ। ਉਹ ਦਰਵਾਜ਼ਾ ਬੰਦ ਕਰਕੇ ਜਾ ਚੁੱਕੇ ਸੀ, ਜਦਕਿ ਮੈਂ ਆਪਦੀ ਰੁਕਦੀ ਹੋਈ ਸਾਹ ਅਤੇ ਮੁਰਦਾ ਹੋਇਆ ਸਰੀਰ ਮਹਿਸੂਸ ਕਰਦੇ ਹੋਏ ਤੜਫ ਰਹੀ ਸੀ। ਮੈਂ ਖੁਦ ਨੂੰ ਉਸਦੇ ਹੱਥਾਂ ਦੀ ਮਜ਼ਬੂਤ ਗ੍ਰਿਫਤ ਤੋਂ ਛੁਡਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਬੱਸ ਨਾ ਚੱਲਿਆ ਤਾਂ ਮੈਂ ਦੂਜੇ ਹੱਥ ਨਾਲ ਰਣਵੀਰ ਦੇ ਮੂੰਹ ਤੇ ਥੱਪੜ ਮਾਰ ਕੇ ਉਸਦਾ ਮੂੰਹ ਨੋਚਣਾ ਸ਼ੁਰੂ ਕਰ ਦਿੱਤਾ। ਇਸ ਤੇ ਹੜਬੜਾਹਟ ਕੇ ਰਣਵੀਰ ਮੇਰੇ ਤੋਂ ਦੂਰ ਹਟ ਗਿਆ। ਉਹ ਗੁੱਸੇ ਨਾਲ ਬਿਲਬਲਾਉਂਦੇ ਹੋਏ ਆਪਣਾ ਚਿਹਰਾ ਸ਼ੀਸ਼ੇ 'ਚ ਦੇਖਣ ਲੱਗਿਆ। ਉਸਦੇ ਗੱਲਾਂ ਤੇ ਮੇਰੇ ਨਹੁੰਆਂ ਦੀ ਵਜ੍ਹਾ ਨਾਲ ਖੂਨ ਨਿਕਲਣ ਲੱਗਾ। ਮੈਂ ਮੁਸ਼ਕਲ ਨਾਲ ਹਿੰਮਤ ਜਮ੍ਹਾਂ ਕਰਕੇ ਉੱਥੋਂ ਭੱਜਣਾ ਚਾਹਿਆ। ਰਣਵੀਰ ਨੇ ਮੈਨੂੰ ਵਾਲਾਂ ਤੋਂ ਫੜ ਕੇ ਫਰਸ਼ ਤੇ ਸੁੱਟ ਦਿੱਤਾ। ਦਰਦ ਦੀ ਤੇਜ਼ ਲਹਿਰ ਮੇਰੇ ਸਰੀਰ ਵਿੱਚ ਫੈਲ ਗਈ। ਉਹ ਬੋਲਿਆ, ਤੂੰ ਇੱਥੋਂ ਸਿਰਫ ਮੇਰੀ ਮਰਜ਼ੀ ਨਾਲ ਹੀ ਜਾ ਸਕਦੀ ਆ। ਮੇਰੀ ਮਰਜ਼ੀ ਦੇ ਬਗੈਰ ਇੱਕ ਕਦਮ ਵੀ ਬਾਹਰ ਕੱਢਿਆ ਤਾਂ ਜਿਉਂਦੀ ਨਹੀਂ ਬਚੇਗੀ, ਅਤੇ ਜੋ ਹਾਲ ਤੇਰਾ ਕਰੂੰਗਾ ਤੂੰ ਸੋਚ ਵੀ ਨਹੀਂ ਸਕਦੀ। ਇੰਨਾ ਕਹਿ ਕੇ ਰਣਵੀਰ ਨੇ ਮੇਰੇ ਬਾਹਾਂ ਤੇ ਜਲੇ ਹੋਏ ਜ਼ਖਮ ਨੂੰ ਆਪਣੀ ਉਂਗਲੀ ਨਾਲ ਦਬਾਉਣਾ ਸ਼ੁਰੂ ਕਰ ਦਿੱਤਾ। ਮੇਰੇ ਗਲੇ ਤੋਂ ਦਿਲ ਦਹਿਲਾਉਣ ਵਾਲੀ ਇੱਕ ਚੀਕ ਨਿਕਲੀ। ਉਹ ਮੇਰੇ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਰਿਹਾ ਸੀ। ਮੈਂ ਫਰਸ਼ ਤੇ ਡਿੱਗੀ ਦਰਦ ਨਾਲ ਕਰਾ ਰਹੀ ਸੀ ਅਤੇ ਉਸਨੇ ਆਪਣੀ ਜੇਬ ਵਿੱਚੋਂ ਮੋਬਾਈਲ ਕੱਢਿਆ ਤੇ ਉਸ ਤੇ ਇੱਕ ਵੀਡੀਓ ਚਲਾ ਕੇ ਰੱਖ ਦਿੱਤੀ। ਮੈਂ ਮੁਸ਼ਕਲ ਨਾਲ ਅੱਖਾਂ ਖੋਲ੍ਹ ਕੇ ਜਦੋਂ ਦੇਖਿਆ ਤਾਂ ਮੇਰਾ ਸਾਰਾ ਸਰੀਰ ਹਿੱਲ ਗਿਆ। ਉਹ ਤਾਂ ਇਹਨਾਂ 2 ਦਿਨਾਂ ਦੀ ਮੇਰੀ ਬਣਾਈ ਗਈ ਵੀਡੀਓ ਸੀ, ਜਿਸ ਨੂੰ ਉਹ ਆਪਣੇ ਫੋਨ ਵਿੱਚ ਬਣਾ ਚੁੱਕਿਆ ਸੀ। ਜਿਸ ਲੜਕੀ ਨੇ ਅੱਜ ਤੱਕ ਕਿਸੇ ਗੈਰ ਮਰਦ ਨੂੰ ਨਜ਼ਰ ਚੁੱਕ ਕੇ ਨਹੀਂ ਦੇਖਿਆ ਸੀ, ਉਸ ਨੂੰ ਅੱਜ ਇਸ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ ਸੀ। ਮੈਂ ਬੇਬਸੀ ਨਾਲ ਰੋ ਰਹੀ ਸੀ, ਜਦ ਕਿ ਰਣਵੀਰ ਹੱਸ ਰਿਹਾ ਸੀ। ਉਹ ਮੇਰੀ ਜਿੰਨੀ ਹੋ ਸਕੇ ਜਿੱਲਤ ਕਰ ਰਿਹਾ ਸੀ। ਮੇਰੇ ਮਾਂ-ਬਾਪ ਹੁਣ ਤਾਂ ਸ਼ਾਇਦ ਜਿਉਂਦੇ ਜੀ ਮਰ ਚੁੱਕੇ ਹੋਣਗੇ। ਮੈਂ ਉਸੇ ਪਲ ਰੱਬ ਨੂੰ ਪ੍ਰਾਰਥਨਾ ਕੀਤੀ ਕਿ ਹੇ ਰੱਬਾ, ਮੈਂ ਆਪਣੇ ਮਾਂ-ਬਾਪ ਨੂੰ ਆਪਣੀ ਸ਼ਕਲ ਦੁਬਾਰਾ ਨਾ ਦਿਖਾਵਾਂ। ਮੇਰੇ ਅੰਦਰ ਅੱਗ ਜਲ ਰਹੀ ਸੀ। ਇਸ ਅਮੀਰ ਬਾਪ ਦੇ ਬੇਟੇ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ, ਪਰ ਮੈਂ ਕਮਜ਼ੋਰ ਸੀ।
ਉਸ ਪਲ ਆਪਣੇ ਸਰੀਰ ਦੇ ਹੱਥੋਂ ਮੇਰਾ ਪੂਰਾ ਸਰੀਰ ਮੇਰਾ ਸਾਥ ਨਹੀਂ ਦੇ ਰਿਹਾ ਸੀ। ਰਣਵੀਰ ਨੇ ਆਪਣੀ ਸ਼ਰਟ ਉਤਾਰ ਕੇ ਜ਼ਮੀਨ ਤੇ ਸੁੱਟ ਦਿੱਤੀ ਅਤੇ ਮੇਰੇ ਕਰੀਬ ਆਉਂਦੇ ਹੋਏ ਬੋਲਿਆ, ਅੱਜ ਤੈਨੂੰ ਦੱਸਾਂਗਾ ਜਿੱਲਤ ਅਤੇ ਅਪਮਾਨ ਕਿਸ ਨੂੰ ਕਹਿੰਦੇ ਆ। ਅੱਜ ਤੱਕ ਤਾਂ ਮੈਂ ਤੇਰੀ ਬੇਹੋਸ਼ੀ ਵਿੱਚ ਸਭ ਕੁਝ ਕਰ ਰਿਹਾ ਸੀ, ਅੱਜ ਮੈਂ ਤੇਰੇ ਹੋਸ਼ੋ ਹਵਾਸ ਵਿੱਚ ਸਭ ਕੁਝ ਕਰਾਂਗਾ। ਉਹ ਮੇਰੇ ਕੋਲ ਆਉਣ ਲੱਗਿਆ ਤੇ ਟੇਬਲ ਤੇ ਪਈ ਇੱਕ ਬੋਤਲ ਚੁੱਕ ਲਈ। ਉਸਨੇ ਆਪਣੇ ਮੂੰਹ ਲਗਾ ਕੇ ਗੁੱਟ-ਗੁੱਟ ਕਰਕੇ ਪੀਣ ਲੱਗਿਆ। ਨਸ਼ੇ ਦੀ ਹਾਲਤ ਵਿੱਚ ਹੁਣ ਉਹ ਮੇਰੇ ਵੱਲ ਵੱਧ ਰਿਹਾ ਸੀ। ਮੇਰੇ ਨਾਲ ਬੇਹੋਸ਼ੀ ਵਿੱਚ ਜੋ ਹੋਇਆ ਸੀ ਸੋ ਹੋ ਗਿਆ, ਲੇਕਿਨ ਹੋਸ਼ੋ ਹਵਾਸ ਵਿੱਚ ਮੈਂ ਆਪਣੇ ਨਾਲ ਕੁਝ ਵੀ ਕਰਨ ਨਹੀਂ ਦੇ ਸਕਦੀ ਸੀ। ਮੈਂ ਸੋਚ ਚੁੱਕੀ ਸੀ ਕਿ ਮੈਨੂੰ ਕੀ ਕਰਨਾ। ਰਣਵੀਰ ਇੱਕ ਸਿਗਰਟ ਜਲਾਉਣ 'ਚ ਲੱਗਿਆ ਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਮੇਰੇ ਜਲੇ ਹੋਏ ਜ਼ਖਮ ਨੂੰ ਹੋਰ ਵੀ ਜਲਾਉਣ ਲੱਗਿਆ, ਪਰ ਮੇਰੇ ਮੂੰਹ ਵਿੱਚੋਂ ਹੁਣ ਇੱਕ ਵੀ ਆਵਾਜ਼ ਨਹੀਂ ਨਿਕਲੀ। ਉਲਟਾ ਮੈਂ ਲੰਬੇ ਸਾਹ ਲੈਂਦੇ ਹੋਏ ਮੁਸਕਰਾਈ। ਰਣਵੀਰ ਨੇ ਉਹ ਸਿਗਰਟ ਮੇਰੇ ਜ਼ਖਮਾਂ ਵਿੱਚ ਚੁਭਾਉਣੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਨਾਲ ਉਸਨੇ ਸ਼ਰਾਬ ਦੀ ਬੋਤਲ ਮੂੰਹ ਨੂੰ ਲਗਾਈ। ਉਹ ਸ਼ਾਇਦ ਕੁਝ ਜ਼ਿਆਦਾ ਹੀ ਪੀ ਚੁੱਕਿਆ ਸੀ ਤੇ ਮੈਂ ਉਸ ਨੂੰ ਧੱਕਾ ਦੇ ਦਿੱਤਾ। ਉਹ ਦੂਰ ਜਾ ਕੇ ਡਿੱਗ ਗਿਆ। ਉਸ ਦੇ ਹੱਥੋਂ ਬੋਤਲ ਛੁੱਟ ਗਈ ਤੇ ਨੀਚੇ ਡਿੱਗ ਕੇ ਟੁੱਟ ਕੇ ਚਕਨਾਚੂਰ ਹੋ ਗਈ। ਉਸ ਦਾ ਸਿਰ ਟੇਬਲ ਤੇ ਜਾ ਲੱਗਿਆ ਜਿਸ ਵਿੱਚੋਂ ਖੂਨ ਵਹਿਣਾ ਲੱਗਿਆ। ਉਹ ਗੁੱਸੇ ਦੇ ਮਾਰੇ ਜ਼ੋਰ ਨਾਲ ਦਹਾੜਿਆ। ਮੈਂ ਉਸੇ ਪਲ ਕੋਲ ਪਏ ਕੱਚ ਦੇ ਟੁਕੜੇ ਨੂੰ ਚੁੱਕਿਆ ਤੇ ਰਣਵੀਰ ਦੇ ਢਿੱਡ ਤੇ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਰੋ ਰਹੀ ਸੀ, ਚੀਕ ਰਹੀ ਸੀ। ਮੈਂ ਆਪਣੀ ਹਰ ਜਿੱਲਤ ਦਾ ਬਦਲਾ ਲੈ ਰਹੀ ਸੀ। ਉਸ ਵਰਗੇ ਦਰਿੰਦੇ ਨੂੰ ਜਿੰਦਾ ਰਹਿਣ ਦਾ ਕੋਈ ਹੱਕ ਨਹੀਂ ਸੀ। ਉਦੋਂ ਹੀ ਕਮਰੇ ਵਿੱਚੋਂ ਸਿਕਿਉਰਿਟੀ ਗਾਰਡ ਦਾਖਲ ਹੋਇਆ ਤਾਂ ਉਹ ਮੈਨੂੰ ਫੜ ਕੇ ਰਣਵੀਰ ਤੋਂ ਦੂਰ ਕਰ ਚੁੱਕਿਆ ਸੀ। ਮੇਰੇ ਉੱਤੇ ਬੇਹੋਸ਼ੀ ਹਾਵੀ ਹੋਣ ਲੱਗੀ, ਪਰ ਪੂਰਾ ਫਰਸ਼ ਖੂਨ ਨਾਲ ਭਰਿਆ ਹੋਇਆ ਸੀ। ਡਾਕਟਰ ਅਤੇ ਪੁਲਿਸ ਆ ਚੁੱਕੀ ਸੀ, ਜਦ ਕਿ ਮੈਂ ਕਮਰੇ ਦੇ ਕੋਨੇ ਵਿੱਚ ਬੈਠੀ ਆਪਣੇ ਖਿੱਲਰੇ ਹੋਏ ਵਾਲ ਸੰਭਾਲਦੀ ਹੋਈ ਜ਼ੋਰ-ਜ਼ੋਰ ਨਾਲ ਬੋਲੀ ਜਾ ਰਹੀ ਸੀ ਤੇ ਰਣਵੀਰ ਨੂੰ ਆਖਰੀ ਵਾਰ ਦੇਖਣ ਲੱਗੀ। ਮੇਰੇ ਸਰੀਰ ਤੇ ਕੱਪੜਾ ਪਾ ਕੇ ਉੱਥੋਂ ਲੇਡੀ ਪੁਲਿਸ ਮੈਨੂੰ ਬਾਹਰ ਲੈ ਗਈ। ਮੇਰੇ ਉੱਤੇ ਬੇਹੋਸ਼ੀ ਸਵਾਰ ਹੋਣ ਲੱਗੀ। ਸ਼ਾਇਦ ਮੈਨੂੰ ਉਮਰ ਕੈਦ ਹੋ ਜਾਂਦੀ ਜਾਂ ਸਜ਼ਾਏ ਮੌਤ, ਪਰ ਹੁਣ ਮੈਂ ਜੀ ਕੇ ਵੀ ਕੀ ਕਰਨਾ ਸੀ। ਮੇਰੇ ਦਿਲ ਵਿੱਚ ਇਹ ਮਲਾਲ ਨਹੀਂ ਸੀ ਕਿ ਮੈਂ ਆਪਣੇ ਮੁਜਰਮ ਨੂੰ ਸਜ਼ਾ ਨਹੀਂ ਦਿੱਤੀ। ਮੇਰਾ ਦਿਲ ਅੰਦਰ ਤੋਂ ਬਹੁਤ ਸਕੂਨ ਵਿੱਚ ਸੀ। ਦੋਸਤੋ, ਤੁਸੀਂ ਹੀ ਦੱਸੋ ਕਿ ਰਣਵੀਰ ਨਾਲ ਮੈਂ ਆਪਣੇ ਤਰੀਕੇ ਨਾਲ ਬਦਲਾ ਲਿਆ ਸੀ। ਕੀ ਇਹ ਸਹੀ ਸੀ ਜਾਂ ਫਿਰ ਮੈਨੂੰ ਕਾਨੂੰਨ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ? ਕਾਨੂੰਨ ਮੇਰੇ ਮੁਜਰਮ ਨੂੰ ਸਜ਼ਾ ਦਿੰਦਾ। ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ।